हेलो नमस्ते आदाब सत श्री अकाल। मैं रेखा शेरगिल ते तुसी वेख रहे हो फंक्शन विद रेखा शेरगिल। जिवें कि तुसी जानते हो कि हर वार मैं तुहाडे नाल एक अजिही वीडियो दे नाल रूबरू हुंदी हां जिस विच जां तां मोटिवेशनल या फिर मैं तुहानूं किसी नवें टैलेंट दे नाल मिलाउंदी हां। ते अजिही एक वीडियो फिर तुहाडे नाल असीं अज सांझी करन लगे हां जिस विच जिवें कि असीं सब जानते हैं कि अजकल दी जिहड़ी नौजवान पीढ़ी आ ਉਹ हर एक ਵੱਖਰੇ ਵੱਖਰੇ ऐप के द्वारा अपने आप ਨੂੰ फेमस करने की दौड़ ਵਿੱਚ ਲੱਗੀ ਹੋਈ ਆ। ਤੇ ਉਹ ਇਹੋ ਜਿਹੇ ਸਮਾਜ ਵਿੱਚ ਕੁਝ ਨੌਜਵਾਨ ਅਜਿਹੇ ਵੀ ਹਨ ਜਿਹੜੇ ਅੱਜ ਕੱਲ੍ਹ ਜੋ ਚੱਲ ਰਿਹਾ ਹੈ ਕਰੋਨਾ ਵਾਇਰਸ ਮਹਾਮਾਰੀ ਦੇ ਵਿੱਚ ਵੀ ਲੋਕਾਂ ਦੀ ਮਦਦ ਵਾਸਤੇ ਆਪਣਾ ਹਿੱਸਾ ਪਾ ਰਹੇ ਨੇ, ਲੋਕਾਂ ਦੀ ਮਦਦ ਕਰਨ ਵਿੱਚ ਕਾਫੀ ਸਾਰੇ ਯੋਗਦਾਨ ਦੇ ਰਹੇ ਨੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਬਟਾਲਾ ਦੇ ਨਜ਼ਦੀਕੀ ਪਿੰਡ ਸੈਦ ਮੁਬਾਰਕ ਦੀ, ਜਿੱਥੋਂ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਅਜਿਹਾ ਕੰਮ ਕੀਤਾ ਕਿ ਜਿੱਥੋਂ ਤੱਕ ਅਜੇ ਤੱਕ ਕਿਸੇ ਵੀ ਅਦਾਰੇ ਵੱਲੋਂ ਲੋਕਾਂ ਤੱਕ ਕਿਸੇ ਤਰ੍ਹਾਂ ਦੀ ਹੈਲਪ ਨਹੀਂ ਕੀਤੀ ਗਈ। ਉਹਨਾਂ ਨੇ ਉੱਥੇ ਜਾ ਕੇ ਉਹਨਾਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਜਾਂ ਫਿਰ ਜਿਨ੍ਹਾਂ ਨੂੰ ਗਰਮੀ ਵਿੱਚ ਪੱਖਿਆਂ ਦੀ ਜ਼ਰੂਰਤ ਸੀ ਉਹਨਾਂ ਨੂੰ ਉਹ ਦਿੱਤੇ। ਤੇ ਆਓ ਅਸੀਂ ਸਿੱਧਾ ਉਹਨਾਂ ਨਾਲ ਹੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ ਤੇ ਤੁਹਾਡਾ ਪਿੰਡ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ। उस्ताद जी एक शेर बोला करते हैं कि ना सलीका है आरज़ू का, ना बंदगी ही कोई बंदगी है, ये सब तेरा कर्म है दाता के बाद अब तक। मेरा नाम नाव पट्टी है, मेरा पिंड सैद मुबारक है और मैं धन्नवादी हाँ फंक्शन विद रेखा शेरगिल चैनल का जिन्हों के माध्यम राही अज आप सब के नाल गलबात करन दा, आप सब के रूबरू होने का मौका मिला है और सारिया गल्लां दे लई जलाल अपने परमेश्वर जी के नाम देना। ਤੇ ਸਭ ਤੋਂ ਪਹਿਲਾਂ ਤਾਂ ਨਵ ਭੱਟੀ ਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਜਿਵੇਂ ਮੈਨੂੰ ਪਤਾ ਚੱਲਿਆ ਰੀਸੈਂਟ ਕਿ ਤੁਸੀਂ ਦੇਸ਼ ਦੇ ਲੋਕਾਂ ਦੀ ਭਲਾਈ ਲਈ ਇਹ ਕੰਮ ਕਰਦੇ ਪਏ ਹੋ, ਤੇ ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਮੈਂ ਜਾਣਨ ਲਈ ਬੜੀ ਸ਼ੁਕਤ ਹਾਂ ਕਿ ਜਿਵੇਂ ਤੁਹਾਡੀ ਏਜ ਕਿੰਨੀ ਆ, ਕਿ ਇੰਨੀ ਛੋਟੀ ਏਜ ਵਿੱਚ ਲਾਈਕ ਕਿਦਾਂ? मेरी एज जी 21 ईयर 21 साल आ और इस समय ਦੇ ਵਿੱਚ ਮੈਂ ਸ਼ੁਕਰਗੁਜ਼ਾਰ ਆਪਣੇ ਪਰਮੇਸ਼ਰ ਦਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੇ ਮੈਨੂੰ ਚੁਣਿਆ ਹੈ ਔਰ ਐਸੇ ਪਰਿਵਾਰਾਂ ਦੇ ਵਿੱਚ ਲੈ ਕੇ ਗਿਆ ਹੈ ਜਿਨ੍ਹਾਂ ਤੱਕ ਅਜੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਹੀ ਪਹੁੰਚੀ। ਉਹ ਲੋਕ ਬੇਚੈਨ, ਉਦਾਸ, ਗਮਗੀਨ ਚਿਹਰੇ ਲੈ ਕੇ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਸੀ, ਜਿੱਥੇ ਕਿ ਮੈਨੂੰ ਪਰਮੇਸ਼ਰ ਜੀ ਨੇ ਉਹਨਾਂ ਲੋਕਾਂ ਤੱਕ ਪਹੁੰਚਾਇਆ ਔਰ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਅਸੀਂ ਉਹਨਾਂ ਦੇ ਚਿਹਰਿਆਂ ਦਾ ਨੂਰ ਬਣੇ, ਉਹਨਾਂ ਦੀ ਉਦਾਸੀ ਨੂੰ ਖੁਸ਼ੀ ਦੇ ਵਿੱਚ ਬਦਲਿਆ ਅਤੇ ਬਹੁਤ ਸਾਰੇ ਲੋਕ ਐਸੇ ਸੀ ਜਿਨ੍ਹਾਂ ਦੇ ਵਿੱਚ ਵਿਚਰਨ ਦੇ ਲਈ ਸਾਨੂੰ ਬਹੁਤ ਸਾਰਾ ਟਾਈਮ ਲੱਗਾ, ਸਮਾਂ ਲੱਗਾ, ਪਰ ਫਿਰ ਵੀ ਪੂਰਨ ਜ਼ੋਰ ਦੇ ਨਾਲ ਅਸੀਂ ਉਹਨਾਂ ਲੋਕਾਂ ਤੱਕ ਪਹੁੰਚੇ ਹਾਂ। ਇੰਨੀ ਛੋਟੀ ਏਜ ਦੇ ਵਿੱਚ ਇੱਕ ਖੁਦਾਵੰਦ ਦੀ ਕਿਰਪਾ ਇੱਕ ਇਨਸਾਨ 'ਤੇ ਹੁੰਦੀ ਹੈ ਅਤੇ ਜਿਹਨੂੰ ਉਹ ਚੁਣ ਲੈਂਦਾ ਹੈ ਫਿਰ ਉਹ ਪਿੱਛੇ ਮੁੜ ਕੇ ਨਹੀਂ ਵੇਖਦਾ। ਅਤੇ ਇਸੇ ਤਰ੍ਹਾਂ ਦਾ ਮੇਰੇ ਨਾਲ ਹੋਇਆ ਹੈ 21 ਸਾਲ ਦੀ ਉਮਰ ਦੇ ਵਿੱਚ। ਹੁਣ ਮੈਂ ਦੁਖੀ ਬੇਸਹਾਰਾ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਤੇ ਮਹਾਮਾਰੀ ਦੇ ਨਾਲ ਪੀੜਿਤ ਇੱਕ ਆਰਥਿਕ ਤੰਗੀ ਦੇ ਵਿੱਚ ਲੋਕ ਵਸ ਰਹੇ ਸੀ, ਉਹਨਾਂ ਦੇ ਦੁੱਖ ਦਰਦ ਸੁਣਨ ਦੇ ਲਈ ਪਰਮੇਸ਼ਰ ਜੀ ਨੇ ਮੈਨੂੰ ਚੁਣਿਆ। ਜਿਵੇਂ ਕਿ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਆ ਉਹ ਵੱਖ-ਵੱਖ ਐਪਸ ਦੇ ਦੁਆਰਾ ਆਪਣੇ ਆਪ ਨੂੰ ਫੇਮਸ ਕਰਨ ਵਿੱਚ ਮਤਲਬ ਇਸ ਦੌੜ ਵਿੱਚ ਲੱਗੇ ਹੋਏ ਨੇ, ਤੇ ਤੁਸੀਂ ਤੁਹਾਡੇ ਜ਼ਹਿਨ 'ਚ ਇਹ ਖਿਆਲ ਕਿੱਦਾਂ ਆਇਆ ਕਿ ਤੁਸੀਂ ਲੋਕਾਂ ਦੇ ਲਈ ਮਤਲਬ ਇਹ ਕਦਮ ਚੁੱਕੋ? ਮੇਰਾ ਜੀ ऐप के जरिए फेमस होने का कोई इरादा नहीं है, सोशल मीडिया के जरिए फेमस होने का कोई भी इरादा नहीं है। दर्द ही ऐसा है लोगों का कि जिन्होंने मेरे मन के विच ये भावना पाई है कि इन्होंने लोगों की सेवा करनी बनती है, जिन्होंने लोगों अज तक कितों मदद नहीं मिली सी, जिन्होंने लोगों अज तक किसी ने सार नहीं सी लई। रोंदे चेहरे, उदास चेहरे, मुरझाए हुए चेहरे, जिन्हां ते नूर लियाना बड़ा ही मुश्किल सी। तनु मनो हो के मेरे मन नूं बदलिया रब ने और मैं ये गल मेरे मन दे विच आई कि इन्हां लोकां दे तक पहुँचया जाए। बहुत सारे परिवारां दे विच मैं विचरिया हाँ। मेरा मकसद कोई सोशल मीडिया के जरिए फेमस होने का नहीं है, मेरा मकसद है इंसानियत नूं कायम रखण दा, अपने लोकां दे विच प्यार नूं कायम रखण दा, ते ये प्यार जिहड़ा जिंदगी भर दुनिया दे विच बणिया रहना चाहिए है। जी बिल्कुल। ਤੇ ਜਿਹੜਾ ਤੁਸੀਂ ਇਹ ਕੰਮ ਕਰਦੇ ਜੋ ਲੋਕਾਂ ਵਾਸਤੇ ਰਾਸ਼ਨ ਮੁਹੱਈਆ ਕਰਵਾਉਣਾ, ਤੇ ਤੁਸੀਂ ਆਪਣੀ ਨੇਕ ਕਮਾਈ ਤੋਂ ਕਰਦੇ ਆ ਕੋਈ ਫਿਰ ਇਸ ਵਿੱਚ ਤੁਹਾਡਾ ਸਹਿਯੋਗ ਵੀ ਦੇ? ਬਾਰੇ ਚ ਮੈਂ ਦੱਸਣਾ ਚਾਹੁੰਦਾ ਕਿ ਮੈਂ ਪਿੰਡ ਸੈਦ ਮੁਬਾਰਕ ਦੇ ਵਿੱਚ ਬਤੌਰ ਪਾਸਟਰ ਸੇਵਾ ਕਰ ਰਿਹਾ ਹਾਂ ਔਰ ਸੰਗਤ ਦੇ ਵੱਲੋਂ ਜੋ ਵੀ ਦਾਨ ਦਸਵੰਧ ਚੰਦਾ ਚਰਚ ਦੇ ਵਿੱਚ ਆ ਰਿਹਾ ਹੈ, ਕਿਸੇ ਵੀ ਪੱਖੋਂ ਲੋਕ ਆਪਣੀ ਸੇਵਾ ਚਰਚ ਦੇ ਵਿੱਚ ਪਹੁੰਚਾ ਰਹੇ ਨੇ ਔਰ ਉਸ ਸੇਵਾ ਨੂੰ ਅਸੀਂ ਸਿਰਫ ਤੇ ਸਿਰਫ ਗਰੀਬ ਬੇਸਹਾਰਾ ਲੋਕਾਂ ਦੀ ਮਦਦ ਲਈ ਲਗਾ ਰਹੇ ਹਾਂ। और मेरे नाल मेरे परिवारक मैंबर, मेरे साथी, कुछ विदेशों के विच मेरे भरा बैठे हुए ने, मैं नाम नहीं लेना चाहांगा उन्हां दा, पर सारियां दा मैं धन्नवाद करदा जिन्हां दे सहयोग दे नाल अज असी
ਇਸ ਮੁਕਾਮ ਤੇ ਪਹੁੰਚੇ ਹਾਂ ਤੇ ਬਹੁਤ ਸਾਰੇ ਪਰਿਵਾਰਾਂ ਤੱਕ ਹੁਣ ਤੱਕ ਪਹੁੰਚ ਚੁੱਕੇ ਹਾਂ। ਔਰ ਸਭ ਤੋਂ ਵੱਧ ਮਾਂ ਬਾਪ ਦਾ ਆਸ਼ੀਰਵਾਦ, ਮੇਰੇ ਉਸਤਾਦ ਸਾਹਿਬ ਉਸਤਾਦ ਜਨਾਬ ਸ਼੍ਰੀ ਮੁਮਤਾਜ ਹੰਸ ਜੀ, ਉਹਨਾਂ ਦਾ ਆਸ਼ੀਰਵਾਦ, ਔਰ ਮੇਰੇ ਫਾਦਰ ਸਾਹਿਬ ਜੀ ਪਾਸਟਰ ਪ੍ਰੇਮ ਸਿੰਘ ਭੱਟੀ ਜੀ, ਉਹਨਾਂ ਦੀ ਅੱਖ ਦੀ ਘੂਰ ਦੇ ਨਾਲ ਉਹਨਾਂ ਕੋਲੋਂ ਸਿੱਖ ਕੇ ਇਨਸਾਨੀਅਤ ਨੂੰ ਪਹਿਲ ਦੇ ਕਦਮਾਂ ਤੇ ਰੱਖਦੇ ਹੋਏ, ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਧਰਮ ਜਾਤ ਤੋਂ ਉੱਪਰ ਉੱਠ ਕੇ ਅੱਜ ਮੈਂ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਵਿਚਰਿਆ ਹਾਂ, ਜਿਹਦੇ ਵਿੱਚ ਮੇਰੇ ਉਸਤਾਦ ਜਨਾਬ ਸ਼੍ਰੀ ਮੁਮਤਾਜ ਹੰਸ ਜੀ ਦਾ ਸਹਿਯੋਗ ਆ, ਔਰ ਜਿਹਦੇ ਵਿੱਚ ਮੇਰੇ ਫਾਦਰ ਸਾਹਿਬ ਪਾਸਟਰ ਪ੍ਰੇਮ ਸਿੰਘ ਭੱਟੀ ਜੀ ਦਾ ਸਹਿਯੋਗ ਆ, ਜਿਹਦੇ ਵਿੱਚ ਮੇਰੇ ਕੁਝ ਸੱਜਣ ਮਿੱਤਰ ਪਤਵੰਤੇ ਜਿਹੜੇ ਉਹਨਾਂ ਦਾ ਸਹਿਯੋਗ ਆ, ਵਿਦੇਸ਼ ਦੇ ਵਿੱਚ ਵਸ ਰਹੇ ਮੇਰੇ ਭਰਾਵਾਂ ਦਾ ਸਹਿਯੋਗ ਆ, ਔਰ ਕਲੀਸਿਆ ਦਾ ਸਹਿਯੋਗ ਆ। ਜਿਨ੍ਹਾਂ ਲੋਕਾਂ ਤੱਕ ਮੈਂ ਇਹ ਬੇਨਤੀ ਰੱਖੀ ਆ, ਸਾਰਿਆਂ ਨੇ ਮੇਰੀ ਬੇਨਤੀ ਨੂੰ ਸਿਰ ਮੱਥੇ ਸਵੀਕਾਰ ਕੀਤਾ ਔਰ ਆਪਣੀ ਨੇਕ ਕਮਾਈ ਦੇ ਵਿੱਚੋਂ ਦਾਨ ਦਸਵੰਧ ਦੇ ਕੇ ਤੇ ਇਹਨਾਂ ਪਰਿਵਾਰਾਂ ਦੇ ਲਈ ਜ਼ਰੂਰਤਮੰਦ ਪਰਿਵਾਰਾਂ ਦੇ ਲਈ ਅਸੀਂ ਰਾਸ਼ਨ ਮੁਹੱਈਆ ਹੁਣ ਤੱਕ ਕਰਵਾ ਰਹੇ ਹਾਂ ਜੀ। ਤੇ ਜਿਵੇਂ ਤੁਸੀਂ ਹੁਣੇ ਦੱਸਿਆ ਕਿ ਤੁਹਾਡੇ ਡੈਡ ਜੀ ਨੇ ਇਹਦੇ ਵਿੱਚ ਤੁਹਾਡਾ ਕਿੰਨਾ ਸਹਿਯੋਗ ਦਿੱਤਾ ਆ, ਤੇ ਜਿਵੇਂ ਹੁੰਦਾ ਆ ਨਾ ਕਿ ਕਈ ਵੀ ਅਸੀਂ ਚੰਗਾ ਕੰਮ ਕਰਨਾ ਸ਼ੁਰੂ ਕਰਦੇ ਹਾਂ ਤੇ ਫੈਮਿਲੀ ਪੱਖੋਂ ਸਾਨੂੰ ਵਿਛੋੜ ਦਿੱਤਾ ਜਾਂਦਾ ਕਿ ਲਾਈਕ ਜੇ ਤੁਸੀਂ ਚੰਗਾ ਕਰਨਾ ਤੇ ਜਾਓ, ਫਿਰ ਤੁਸੀਂ ਵੀ ਨਿਕਲੋ, ਤੇ ਤੁਹਾਨੂੰ ਵੀ ਕੋਈ ਇਦਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ? ਨਹੀਂ ਜੀ, ਮੇਰੇ ਪਿਤਾ ਜੀ ਵੱਲੋਂ ਇਹ ਥਾਪੜਾ ਦੇ ਕੇ ਭੇਜਿਆ ਗਿਆ ਸੀ ਕਿ ਮੈਂ ਤੇਰੇ ਨਾਲ ਆ, ਔਰ ਉਹਨਾਂ ਨੇ ਆਸ਼ੀਰਵਾਦ ਦੇ ਕੇ ਜਿਸ ਦਿਨ ਮੈਂ ਇੱਕ ਪਰਿਵਾਰ ਤੋਂ ਸ਼ੁਰੂ ਕੀਤਾ ਸੀ, ਲਗਭਗ 3 ਕਿੱਟਾਂ ਤਿਆਰ ਕਰਕੇ ਅਸੀਂ ਨਿਕਲੇ ਸੀ। ਔਰ ਉਦੋਂ ਮੈਂ ਉਹਨਾਂ ਦੇ ਕੋਲੋਂ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਾ ਕੇ ਦੁਆ ਪ੍ਰਾਰਥਨਾ ਕਰਕੇ ਨਿਕਲਿਆ ਸੀ। ਔਰ ਜਿੱਦਣ ਵੀ ਮੈਂ ਰਾਸ਼ਨ ਡਿਸਟ੍ਰੀਬਿਊਟ ਕਰਨਾ ਹੁੰਦਾ ਹੈ, ਮੈਂ ਆਪਣੇ ਫਾਦਰ ਸਾਹਿਬ ਜੀ ਕੋਲ, ਆਪਣੀ ਮਦਰ ਜੀ ਮਾਤਾ ਜੀ ਕੋਲੋਂ ਦੁਆ ਕਰਾਉਣਾ ਹਾਂ ਤੇ ਆਪਣੇ ਵਾਸਤੇ ਦੁਆ ਕਰਾਉਣਾ ਹਾਂ, ਆਪਣੇ ਵਲੰਟੀਅਰਸ ਦੇ ਲਈ, ਸੇਵਾਦਾਰਾਂ ਦੇ ਲਈ ਦੁਆ ਕਰਾਉਣਾ, ਜਿੰਨੇ ਵੀ ਸਹਿਯੋਗੀ ਸੱਜਣ ਸਾਰਿਆਂ ਦੇ ਲਈ ਮਾਲਕ ਦੇ ਚਰਨਾਂ ਦੇ ਵਿੱਚ ਉਹਨਾਂ ਕੋਲੋਂ ਅਰਦਾਸ ਬੇਨਤੀ ਕਰਾਉਣਾ ਹਾਂ। ਮੇਰੇ ਪਰਿਵਾਰ ਦਾ ਬਹੁਤ ਸਾਰਾ ਸਹਿਯੋਗ ਹੈ, ਬਹੁਤ ਹੀ ਜ਼ਿਆਦਾ। ਮੇਰੇ ਚਾਚਾ ਜੀ ਨੇ, ਉਹਨਾਂ ਦਾ ਬਹੁਤ ਹੀ ਜ਼ਿਆਦਾ ਸਹਿਯੋਗ ਹੈ ਮੇਰੇ ਨਾਲ, ਔਰ ਉਹ ਹਰ ਗੱਲ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਔਰ ਇਹ ਵਿਸ਼ਵਾਸ ਦਿਵਾ ਰਹੇ ਨੇ ਕਿ ਜਿਨ੍ਹਾਂ ਪਰਿਵਾਰਾਂ ਤੱਕ ਜਿਹੜਾ ਕਿ ਅਸੀਂ ਖਾ ਰਹੇ ਹਾਂ, ਜਿੰਨਾ ਕੁ ਅਸੀਂ ਖਾ ਰਹੇ ਹਾਂ, ਚੰਗੀ ਰੋਟੀ ਘਰ ਦੇ ਵਿੱਚ ਖਾ ਰਹੇ ਹਾਂ, ਉਹੋ ਜੀ ਰੋਟੀ ਉਹਨਾਂ ਲੋਕਾਂ ਨੂੰ ਵੀ ਨਸੀਬ ਹੋਵੇ ਜਿਹੜੇ ਲੋਕ ਭੁੱਖੇ ਨੇ, ਤਨੋਂ ਨੰਗੇ ਨੇ, ਪੈਰਾਂ ਤੋਂ ਨੰਗੇ ਨੇ, ਔਰ ਇਹ ਤੱਕਦੇ ਰਹਿੰਦੇ ਨੇ ਦਰਵਾਜ਼ਿਆਂ ਵੱਲ ਕਿ ਕੋਈ ਨਾ ਕੋਈ ਆਵੇ ਤੇ ਸਾਡੀ ਮਦਦ ਤੇ ਸਾਡੀ ਸਹਾਇਤਾ ਕਰੇ, ਸਾਡੇ ਘਰ 'ਚ ਕੋਈ ਨਾ ਕੋਈ ਰਾਸ਼ਨ ਲੈ ਕੇ ਆਵੇ। ਆਪਣੇ ਪਰਿਵਾਰ ਦੇ ਸਹਿਯੋਗ ਨਾਲ ਤੇ ਆਪਣੇ ਬਜ਼ੁਰਗਾਂ ਦੇ ਆਸ਼ੀਰਵਾਦ ਦੇ ਨਾਲ ਹੁਣ ਤੱਕ ਮੈਂ ਇਹਨਾਂ ਲੋਕਾਂ ਤੱਕ ਪਹੁੰਚ ਰਿਹਾ ਹਾਂ। ਤੇ ਹੁਣ ਤੱਕ ਕੁੱਲ ਤੁਸੀਂ ਕਿੰਨੇ ਕੁ ਘਰਾਂ ਦਾ ਇਹ ਚੀਜ਼ ਕਰ ਚੁੱਕੇ ਹੋ, ਦੇ ਚੁੱਕੇ ਉਹਨਾਂ ਨੂੰ ਰਾਸ਼ਨ? 100 ਤੋਂ ਜ਼ਿਆਦਾ ਉੱਪਰ ਹੋ ਚੁੱਕੇ ਨੇ ਪਰਿਵਾਰ ਜਿਨ੍ਹਾਂ ਤੱਕ ਅਸੀਂ ਪਹੁੰਚ ਚੁੱਕੇ ਹਾਂ। ਔਰ ਅਜੇ ਵੀ ਸਾਡੇ ਕੋਲ ਕਾਫੀ ਸਾਰੇ ਪਰਿਵਾਰਾਂ ਦੀ ਲਿਸਟ ਤਿਆਰ ਪਈ ਆ, ਕਾਫੀ ਸਾਰੇ ਲੋਕਾਂ ਦੇ ਜਿਹੜੇ ਨਾਮ ਨੇ ਉਹ ਲਿਸਟ ਸਾਡੇ ਕੋਲ ਤਿਆਰ ਪਈ ਆ ਜਿਨ੍ਹਾਂ ਤੱਕ ਅਸੀਂ ਪਹੁੰਚਣਾ ਹੈ। ਆਗਾਮੀ ਪ੍ਰਭੂ ਜੀ ਨੇ ਬਲ ਦਿੱਤਾ, ਆਗਾਮੀ ਸਾਡੀ ਮਾਲਕ ਬਾਂਹ ਫੜੀ ਰੱਖੇ ਤੇ ਇਸੇ ਤਰ੍ਹਾਂ ਅਸੀਂ ਜ਼ਰੂਰਤਮੰਦ ਪਰਿਵਾਰਾਂ ਤੱਕ ਪਹੁੰਚਦੇ ਰਹੀਏ, ਤਨਦੇਹੀ ਦੇ ਨਾਲ ਸੇਵਾ ਕਰੀਏ ਤੇ ਇਨਸਾਨੀਅਤ ਨੂੰ ਧਰਮ ਜਾਤ ਤੋਂ ਉੱਪਰ ਉੱਠ ਕੇ ਪਹਿਲ ਦੇ ਕਦਮਾਂ ਤੇ ਰੱਖ ਕੇ ਲੋਕਾਂ ਦੇ ਵਿੱਚ ਵਿਚਰਦੇ ਰਵਾਂਗੇ ਜੀ। ਬਿਲਕੁਲ। ਤੇ ਤੁਸੀਂ ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਮਤਲਬ ਆਪਣੇ ਦੁਆਰਾ ਇੱਕ ਕੀ ਸੰਦੇਸ਼ ਦੇਣਾ ਚਾਹੋਗੇ? ਅੱਜ ਕੱਲ੍ਹ ਦੀ ਜੋ ਨੌਜਵਾਨ ਪੀੜ੍ਹੀ ਹੈ ਦੀ ਨੌਜਵਾਨ ਪੀੜ੍ਹੀ ਨੂੰ ਦੱਸਦਾ ਇਹੋ ਹੀ ਸੰਦੇਸ਼ ਆ ਕਿ ਆਪਣੇ ਮਾਂ-ਬਾਪ ਦੀ ਇੱਜ਼ਤ ਕਰੋ, ਆਪਣੇ ਮਾਂ-ਬਾਪ ਨੂੰ ਦੂਜਾ ਰੱਬ ਸਮਝੋ ਔਰ ਸਮਾਜ ਦੇ ਵਿੱਚ ਚੰਗੀ ਸੋਚ ਲੈ ਕੇ ਵਿਚਰੋ, ਦੂਸਰੇ ਦਾ ਭਲਾ ਕਰੋ। ਔਰ ਸੰਦੇਸ਼ ਦੇਣਾ ਚਾਹੁੰਦਾ ਮੈਂ ਨੌਜਵਾਨ ਪੀੜ੍ਹੀ ਨੂੰ ਕਿ ਬੁਰੀਆਂ ਸਮਾਜ ਤੋਂ, ਬੁਰੀਆਂ ਸੁਸਾਇਟੀਆਂ ਤੋਂ, ਬੁਰੀਆਂ ਗੱਲਾਂ ਤੋਂ ਗੁਰੇਜ਼ ਕਰੋ ਔਰ ਇਹਨਾਂ ਸੁਸਾਇਟੀਆਂ ਦੇ ਵਿੱਚ ਜਾਣ ਤੋਂ ਰੁਕੋ, ਨਸ਼ੇ ਦੇ ਵਿੱਚ ਪੈਣ ਤੋਂ ਰੁਕੋ, ਗੁਰੇਜ਼ ਕਰੋ ਤੇ ਆਪਣੀ ਪੰਜਾਬੀਅਤ ਨੂੰ, ਪੰਜਾਬੀ ਮਾਂ ਬੋਲੀ ਨੂੰ ਔਰ ਆਪਣੇ ਸੱਭਿਆਚਾਰ, ਆਪਣੇ ਕਲਚਰ ਨੂੰ ਸਾਂਭ ਕੇ ਰੱਖੋ, ਕਿਉਂਕਿ ਇਹ ਕਲਚਰ ਅੱਗੇ ਸਾਡੇ ਕੋਲੋਂ ਵਿਸਰਦਾ ਜਾ ਰਿਹਾ ਹੈ, ਸਾਡੇ ਹੱਥਾਂ 'ਚੋਂ ਛੁੱਟਦਾ ਜਾ ਰਿਹਾ ਹੈ। ਔਰ ਇਹ ਬੇਨਤੀ ਕਰਦਾ ਮੈਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿ ਆਪਣੇ ਵਿਰਸੇ, ਆਪਣੇ ਕਲਚਰ ਨੂੰ ਸਾਂਭ ਕੇ ਰੱਖੋ ਤਾਂ ਜੋ ਅਗਾਂਹ ਸਾਨੂੰ ਮਾਰ ਨਾ ਖਾਣੀ ਪਵੇ, ਕਿਉਂਕਿ ਅਗਲਾ ਸਮਾਂ ਜਿਹੜਾ ਭਵਿੱਖ ਦੇ ਆਉਣ ਵਾਲਾ ਸਮਾਂ ਹੈ ਬੜਾ ਹੀ ਭਿਆਨਕ ਸਮਾਂ ਹੈ, ਇਹਦੇ ਵਿੱਚ ਪੈਰ ਸਾਂਭਣੇ ਬੜੇ ਮੁਸ਼ਕਿਲ ਆ। ਇਸ ਕਰਕੇ ਆਪਣੇ ਸਮਾਜ ਦੇ ਵਿੱਚ ਰਿਸ਼ਤੇਦਾਰ, ਭੈਣ ਭਰਾ, ਸਾਥ ਸੰਬੰਧੀ ਜੋ ਕੋਈ ਲਾਗੇ ਚਾਗੇ ਤੁਹਾਨੂੰ ਕੋਈ ਜ਼ਰੂਰਤਮੰਦ ਨਜ਼ਰ ਆਉਂਦਾ ਹੈ ਉਹਦੀ ਸੇਵਾ ਕਰੋ। ਜੇ ਤੁਸੀਂ ਕਿਸੇ ਭੁੱਖੇ ਨੂੰ ਵੇਖਦੇ ਹੋ ਤੇ ਉਸ ਦੀ ਸੇਵਾ ਕਰੋ, ਜੇ ਕੋਈ ਤੁਸੀਂ ਤਨ ਤੋਂ ਨੰਗੇ ਨੂੰ ਵੇਖਦੇ ਹੋ ਤੇ ਹੋ ਸਕੇ ਤੇ ਉਹਦੇ ਤਨ ਨੂੰ ਕੱਜਣ ਦੀ ਮੁਹਿੰਮ ਸ਼ੁਰੂ ਕਰੋ। ਜੇ ਤੁਸੀਂ ਕਿਸੇ ਪੈਰੋਂ ਨੰਗੇ ਨੂੰ ਵੇਖਦੇ ਹੋ ਤੇ ਜਿੰਨੀ ਜ਼ਿਆਦਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ, ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੈ, ਜੇਕਰ ਤੁਸੀਂ ਪੈਰੋਂ ਨੰਗੇ ਨੂੰ ਵੇਖਦੇ ਹੋ ਤੇ ਉਹਨਾਂ ਨੂੰ ਚੱਪਲਾਂ ਦਾ ਇੰਤਜ਼ਾਮ, ਕਿਸੇ ਵੀ ਤਰ੍ਹਾਂ ਦਾ ਉਹਨਾਂ ਦਾ ਪੈਰੋਂ ਜਿਹੜੇ ਨੰਗੇ ਆ ਉਹਨਾਂ ਦਾ ਇੰਤਜ਼ਾਮ ਕਰੋ। ਯਾਨੀ ਕਿ ਇਨਸਾਨੀਅਤ ਨੂੰ ਪਹਿਲ ਦਿਓ ਤੇ ਇੱਕ ਦੂਸਰੇ ਦੀ ਸੇਵਾ ਕਰੋ, ਸ਼ਰਧਾ ਦੀ ਭਾਵਨਾ ਨਾਲ ਇੱਕ ਦੂਸਰੇ ਦੇ ਵਿੱਚ ਵਿਚਰੋ ਤੇ ਆਪਣੇ ਸਮਾਜ ਨੂੰ, ਆਪਣੇ ਵਿਰਸੇ ਨੂੰ, ਆਪਣੇ ਕਲਚਰ ਨੂੰ ਸਾਂਭੋ। ਬਹੁਤ ਬਹੁਤ ਤੁਹਾਡਾ ਧੰਨਵਾਦ। ਸਾਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ
ਵਧੀਆ ਲੱਗਾ ਤੇ ਉਮੀਦ ਹੈ ਕਿ ਤੁਹਾਨੂੰ ਵੀ ਸਾਡੇ ਨਾਲ ਕਰਕੇ ਤੇ ਬਹੁਤ ਬਹੁਤ ਧੰਨਵਾਦ ਸਾਡਾ ਆਡੀਅנס ਦਾ ਜੋ ਸਾਨੂੰ ਇਸ ਟਾਈਮ ਦੇਖ ਰਹੀ ਹੈ ਸਾਡੀ ਵੀਡੀਓਜ਼ ਨੂੰ ਦੇਖਣਾ ਔਰ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਫੋਨ ਵਿੱਚ ਸ਼ੋ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵਜਾਉਣਾ ਨਾ ਭੁੱਲਣਾ ਤੇ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਦੇਖਦੇ ਰਹੋ ਫੰਕਸ਼ਨ ਵਿਦ ਰੇਖਾ ਸ਼ੇਰਗਿੱਲ।